यस सत श्री अकाल स्टूडेंट्स आज ਅਸੀਂ डिस्कस करांगे एप्लीकेशंस ऑफ ट्रिग्नोमेट्री। सो स्टूडेंट्स देखो, मान लो एक बहुत ऊंची कोई मीनार है, मान लो कुतुब मीनार है दिल्ली दी। हुण क्योंकि कुतुब मीनार पुरानी हो चुकी है तो कोई बंदा इत्थों कुतुब मीनार दे ऊपर ते चढ़ नहीं सकता, चढ़ने की कोशिश करेगा मे बी टूट जाएगी। सो ਸਾਡੇ ਕੋਲ ਅਸੀਂ ਚਾਹੁੰਦੇ ਆ ਕਿ ਅਸੀਂ ਉਹਦੀ ਹਾਈਟ ਮੈਜ਼ਰ ਕਰ ਲਈਏ। ਸੋ ਕਿਸ ਤਰ੍ਹਾਂ ਮੈਜ਼ਰ ਕਰਾਂਗੇ? ਸੋ ਜਿਹੜੀ ਟ੍ਰਿਗਨੋਮੈਟਰੀ ਹੈ ਸਟੂਡੈਂਟਸ, ਇਹ ਸਾਨੂੰ ਸਾਡੀ ਹੈਲਪ ਕਰਦੀ ਹੈ। ਠੀਕ ਹੈ, ਇਹਦੇ ਵਾਸਤੇ ਤੁਹਾਨੂੰ ਮੈਂ ਦੱਸਣਾ ਜ਼ਰੂਰੀ ਸਮਝਾਂਗਾ ਕਿ ਇੱਕ ਇਨਸਟਰੂਮੈਂਟ ਹੁੰਦਾ ਵਾ, ਉਹਨੂੰ ਕਹਿੰਦੇ ਆ ਥਿਓਡੋਲਾਈਟ। ਇਹ ਜਿਹੜਾ ਇਨਸਟਰੂਮੈਂਟ ਹੈ ਥਿਓਡੋਲਾਈਟ, ਇਹ ਕੀ ਕਰਦਾ ਵਾ कि चक्कर जिहा हुंदा वा, एक तुहाडी बुक च दिता हैगा वा, थल्ले दे रखण वास्ते किस तरह प्लेटफॉर्म जिहा हुंदा वा, थल्ले दियां इस तरह लेवल करन वास्ते हुंदा वा सिस्टम। ठीक है, ते इहदे विच एक ना दूरबीन टाइप इस तरह दी चीज़ हैगी आ। ठीक है, ते इह जिहड़ी चीज़ आ जदों तुसीं उपर नूं इहनूं करदे हो ते इह हॉरिजोंटल तो एग्जैक्टली किन्नी उपर होई, ਇਹ ਤੁਹਾਨੂੰ ਐਂਗਲ ਜਿਹੜੀ ਆ ਉਹ ਮੈਜ਼ਰ ਕਰਕੇ ਦੱਸ ਦਿੰਦੀ ਹੈ। ਜਾਂ ਦੂਜੇ ਕੇਸ ਦੇ ਵਿੱਚ ਕੀ ਆ ਕਿ ਜੇ ਮੰਨ ਲਓ ਤੁਸੀਂ ਇਹ ਮੰਨ ਲਓ ਤੁਹਾਡੀ ਹੌਰੀਜ਼ੌਂਟਲ ਐਕਸਿਸ ਹੈ ਬਿਲਕੁਲ ਪਲੇਨ ਹੈ ਨਾ, ਜਿੱਥੇ ਮੰਨ ਲਓ ਤੁਸੀਂ ਕੋਈ ਸਪਿਰਿਟ ਲੈਵਲ ਰੱਖੋ ਤੇ ਬਿਲਕੁਲ ਉਹਦਾ ਬੁਲਬੁਲਾ ਸੈਂਟਰ 'ਚ ਆਏਗਾ। ਤੇ ਜੇ ਤੁਸੀਂ ਇਹਨੂੰ ਥੱਲੇ ਨੂੰ ਓਬਜ਼ਰਵ ਕਰਦੇ ਹੋ, ਕੋਈ ਚੀਜ਼ ਥੱਲੇ ਨੂੰ ਓਬਜ਼ਰਵ ਕਰਦੇ ਹੋ ਤੇ ਥੱਲੇ ਆ ਜਿਹੜਾ ਐਂਗਲ ਆ ਇਹ ਵਾਲਾ ਵੀ ਐਗਜ਼ੈਕਟਲੀ ਇਹ ਐਂਗਲ ਜਿਹੜਾ ਉਹ ਮੈਜ਼ਰ ਕਰ ਲੈਂਦੀ ਹੈ। ਇਸ ਇੰਸਟਰੂਮੈਂਟਸ ਨੂੰ ਕਹਿੰਦੇ ਨੇ ਥਿਓਡੋਲਾਈਟ। ਠੀਕ ਹੈ, ਇਨਫੈਕਟ ਸਭ ਤੋਂ ਪਹਿਲਾਂ ਸ਼ਾਇਦ ਥਿਓਡੋਲਾਈਟ ਐਵਰੈਸਟ ਇੱਕ ਬ੍ਰਿਟਿਸ਼ ਇੰਜੀਨੀਅਰ ਸੀ, ਉਹਨਾਂ ਦਾ ਨਾਮ ਸੀ ਐਵਰੈਸਟ। ਉਹਨਾਂ ਦਾ ਪੂਰਾ ਨਾਮ ਕੀ ਸੀ ਮੈਨੂੰ ਪੂਰਾ ਨਹੀਂ ਯਾਦ, ਤੇ ਉਹਨਾਂ ਨੇ ਇਹ ਜਿਹੜੀ ਆ ਯੂਜ਼ ਕੀਤੀ ਸੀ। ਸੋ ਇਹਦੇ ਵਿੱਚ ਕੀ ਹੈ ਕਿ ਉਹਨਾਂ ਦਾ ਨਾਮ ਸ਼ਾਇਦ ਮੈਨੂੰ ਯਾਦ ਆ ਜਾਏਗਾ, ਸਰ ਜਾਰਜ ਐਵਰੈਸਟ, GEORGE। एक इंजीनियर सी, इंग्लिश इंजीनियर। तो ये काफी पुरानी गल चल रही है, ये 1856 की गल चल रही है। 1856 ਦੇ ਵਿੱਚ ਜਿਹੜੀ ਮਾਊਂਟ ਐਵਰੈਸਟ ਦੀ ਚੋਟੀ ਸੀ, ਮਾਊਂਟ ਐਵਰੈਸਟ ਸਭ ਤੋਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਉਹਨੂੰ ਮਾਊਂਟ ਐਵਰੈਸਟ ਕਿਉਂ ਕਹਿੰਦੇ ਆ, ਕਿਉਂਕਿ ਸਭ ਤੋਂ ਪਹਿਲਾਂ ਉਹਦੀ ਜਿਹੜੀ ਉਚਾਈ ਆ ਉਹ ਇੰਜੀਨੀਅਰ ਜਾਰਜ ਐਵਰੈਸਟ ਸਾਇੰਟਿਸਟ ਦਾ ਨਾਮ ਸੀ, ਇੰਜੀਨੀਅਰ ਦਾ ਨਾਮ ਸੀ। ਉਹਨੇ ਇਹਦੀ ਕੀ ਕਹਿੰਦੇ ਆ ਉਚਾਈ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕੀਤੀ, ਕਰ ਵੀ ਲਈ। ਉਹਨੇ ਇਸ ਤਰ੍ਹਾਂ ਦੀਆਂ ਥਿਓਡੋਲਾਈਟਸ ਜਿਹੜੀਆਂ 16 ਜਗ੍ਹਾ ਤੇ ਫਿੱਟ ਕੀਤੀਆਂ, ਮਤਲਬ ਅਲੱਗ-ਅਲੱਗ ਜਗ੍ਹਾ ਤੇ, ਕੋਈ ਇੱਥੇ ਕੋਈ ਇੱਥੇ ਕੋਈ ਇੱਥੇ ਕੋਈ ਇੱਥੇ, ਅਲੱਗ-ਅਲੱਗ ਐਂਗਲਸ ਆਏ ਫਿਰ ਹਨਾ। ਵੀ ਉੱਥੋਂ ਉਹਨੂੰ ਐ ਕਰਕੇ ਆ ਜਿਹੜੀ ਚੀਜ਼ ਹੈ ਇਹਨੂੰ ਉੱਪਰ ਕਰਕੇ ਐ ਕਰਕੇ ਇਹਦੀ ਟਿਪ ਤੇ ਉਹਨਾਂ ਨੇ ਫੋਕਸ ਕੀਤਾ। ਇਹ ਜਿਵੇਂ ਆ ਫੋਕਸ ਕੀਤਾ, ਫਿਰ ਇੱਥੋਂ ਫੋਕਸ ਕੀਤਾ, ਅਲੱਗ-ਅਲੱਗ ਜਗ੍ਹਾ ਤੋਂ ਤੇ ਐਂਗਲਸ ਨੋਟ ਕੀਤੇ ਵੀ ਕਿੰਨਾ ਐਂਗਲ ਬਣਾਉਂਦੀ ਆ। ਫਿਰ ਟ੍ਰਿਗਨੋਮੈਟਰੀ ਦੇ ਫਾਰਮੂਲੇਜ਼ ਲਾ ਕੇ ਉਹਨਾਂ ਨੇ ਇਹਦੀ ਹਾਈਟ ਲੱਭ ਲਈ, ਇਹ ਦੇਖ ਕੇ ਕਿ ਜਿਹੜੀ ਥਿਓਡੋਲਾਈਟ ਆ ਉਹ ਇਹਦੇ ਬੇਸ ਤੋਂ ਕਿੰਨੇ ਕੁ ਦੂਰ ਜਿਹੜੀ ਆ ਇਹਦੇ ਬੇਸ ਤੋਂ ਸਟੇਸ਼ਨ ਸੀ। ਇਹ ਡਿਸਟੈਂਸ ਮੈਜ਼ਰ ਤੇ ਅਸੀਂ ਕਰ ਸਕਦੇ ਹਾਂ, ਹੌਰੀਜ਼ੌਂਟਲ ਡਿਸਟੈਂਸ ਇਹ ਮੈਜ਼ਰ ਕਰਕੇ ਉਹਨਾਂ ਨੇ ਆ ਜਿਹੜੀ ਹਾਈਟ ਦਾ ਰਫ ਐਸਟੀਮੇਟ ਕੀਤਾ ਔਰ ਉਹ ਠੀਕ ਆਇਆ। ਫਿਰ ਅਲੱਗ-ਅਲੱਗ ਜਗ੍ਹਾ ਤੋਂ ਜਿਹੜਾ 16 ਜਗ੍ਹਾ ਤੋਂ ਹਾਈਟ ਆਈ ਉਹਨਾਂ ਦਾ ਮੀਨ ਕੱਢ ਲਿਆ ਉਹਨਾਂ ਨੇ ਕੱਢਣ ਵਾਸਤੇ, ਤੇ ਉਹ ਹਾਈਟ ਬਿਲਕੁਲ ਠੀਕ ਆਈ ਤੇ ਉਹ ਐਵਰੈਸਟ ਨੇ ਕੱਢੀ ਸੀ। ਸੋ ਇਹ ਹੈ ਐਪਲੀਕੇਸ਼ਨ ਆਫ ਟ੍ਰਿਗਨੋਮੈਟਰੀ। ਹੁਣ ਕਿਸ ਤਰ੍ਹਾਂ, ਹੁਣ ਆਪਾਂ ਛੋਟੇ-ਛੋਟੇ ਸਮਸ ਕਰਾਂਗੇ, ਸਾਨੂੰ ਪਤਾ ਲੱਗ ਜਾਏਗਾ ਕਿ ਆਪਾਂ ਇਹ ਕਿਸ ਤਰ੍ਹਾਂ ਹਾਈਟ ਮੈਜ਼ਰ ਕਰ ਸਕਦੇ ਹਾਂ। ਠੀਕ ਹੈ ਸਟੂਡੈਂਟ, ਸੋ ਇਹ ਤੁਹਾਨੂੰ ਮੈਂ ਜਸਟ ਐਗਜ਼ਾਮਪਲ ਦਿੱਤੀ ਹੈ ਕਿ ਥਿਓਡੋਲਾਈਟ ਕੀ ਹੁੰਦਾ ਵਾ, ਐਂਗਲ ਕਿੱਦਾਂ ਮੈਜ਼ਰ ਕਰਦੇ ਆ। ਔਰ ਹੁਣ ਉੱਥੇ ਅਸੀਂ ਆ ਜਾਂਦੇ ਹਾਂ ਸਟੂਡੈਂਟਸ ਕਿ ਮੰਨ ਲਓ ਕੋਈ ਕਹਿੰਦਾ ਵਾ ਕਿ ਇੱਥੇ ਨਾ ਅਸੀਂ ਥਿਓਡੋਲਾਈਟ ਲਾਇਆ। ਠੀਕ ਹੈ, ਸੋ ਥਿਓਡੋਲਾਈਟ ਇੰਸਟਰੂਮੈਂਟ ਨੇ ਇਹ ਵਾਲੀ ਇੱਥੇ ਉਹਨੇ ਫੋਕਸ ਕੀਤਾ ਤੇ ਉਹਨੇ ਜਿੱਥੇ ਫੋਕਸ ਕੀਤਾ ਆ ਜਿਹੜੀ ਲਾਈਨ ਆ ਜਿੱਥੋਂ ਜਾਂ ਤੇ ਬੰਦਾ ਇਸ ਟੌਪ ਨੂੰ ਦੇਖ ਰਿਹਾ ਵਾ ਇਸ ਮੀਨਾਰ ਦੇ, ਤੇ ਆ ਥਿਓਡੋਲਾਈਟ ਦੀ ਜਿਹੜੀ ਸਿਸਟਮ ਹੈ ਉਹ ਇਹਨੂੰ ਦੇਖ ਰਹੀ ਹੈ। ਇਨ ਐਨੀ ਕੇਸ ਇਹ ਤੁਹਾਡਾ ਹੌਰੀਜ਼ੌਂਟਲ ਲੈਵਲ, ਤੁਸੀਂ ਸਮਝ ਰਹੇ ਹੋ ਸਟੂਡੈਂਟਸ, ਇਹ ਕੀ ਹੈ ਹੌਰੀਜ਼ੌਂਟਲ ਲੈਵਲ। ਹੌਰੀਜ਼ੌਂਟਲ ਲੈਵਲ ਤੋਂ ਥਿਓਡੋਲਾਈਟ ਤੁਹਾਨੂੰ ਐਗਜ਼ੈਕਟਲੀ ਦੱਸ ਦੇਗਾ ਕਿ ਆ ਕਿੰਨਾ ਐਂਗਲ ਆ
ਤੇ ਆ ਜਿਹੜੀ ਲਾਈਨ ਆ ਜਿਹੜੀ ਕਿ ਅਬਜ਼ਰਵਰ ਦੀ ਆਈ ਜਾਂ ਥਿਓਡੋਲਾਈਟ ਤੇ ਜਿਹੜੇ ਆਬਜੈਕਟ ਨੂੰ ਅਬਜ਼ਰਵ ਕੀਤਾ ਜਾ ਰਿਹਾ ਜਿਹਨੂੰ ਜੁਆਇਨ ਕਰਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ ਬੱਚਿਓ ਤੁਹਾਨੂੰ ਪਤਾ ਹੀ ਆ ਲਾਈਨ ਆਫ ਸਾਈਟ ਇਸ ਕਰਕੇ ਕਹਿੰਦੇ ਆ ਸੀ मतलब देखना देखन तो ये बनया साइट है ना इधर देख रहे हैं भावे थियोडोलाइट दी तो या अपनी की कहते हैं ਅਸੀਂ ਅੱਖ ਤੋਂ देख रहे हैं है ना ਤੇ in any case ਇਹ ਲਾਈਨ ਆਫ ਸਾਈਟ ਆ ਜਿਹੜਾ ਐਂਗਲ ਆ ਜੇ ਤੇ ਹੌਰੀਜ਼ੌਂਟਲ ਤੋਂ ਉੱਪਰ ਬੰਦਾ ਵਾ ਜਿਵੇਂ ਕਿ ਆਪਾਂ ਕਿਸੇ ਉਚਾਈ ਵਾਲੀ ਚੀਜ਼ ਜਿਵੇਂ ਕਿ ਪਤੰਗ ਆ ਜਾਂ ਬੱਦਲ ਆ ਉਹਨਾਂ ਨੂੰ ਦੇਖਣ ਵਾਸਤੇ ਸਿਰ ਨੂੰ ਤਾਂ ਨੂੰ ਕਰਦੇ ਆ ਸਿਰ ਨੂੰ ਤਾਂ ਨੂੰ ਕਰਦੇ ਆ ਮਤਲਬ ਥਿਓਡੋਲਾਈਟ ਦੀ ਜਿਹੜੀ ਆ ਪੋਜੀਸ਼ਨ ਚ ਹੋਏਗੀ है ना ਤੇ ਇਸ ਐਂਗਲ ਨੂੰ ਅਸੀਂ ਕੀ ਕਹਿੰਦੇ ਆ ਸਟੂਡੈਂਟਸ ਜਿਹੜਾ ਉੱਪਰ ਐਂਗਲ ਬਣਦਾ ਵਾ ਐਂਗਲ ਕੋਈ ਬੱਚਾ ਦੱਸੇਗਾ ਐਂਗਲ एलिवेशन बहुत अच्छे बच्चे ने वेरी गुड एंगल ऑफ एलिवेशन ते स्टूडेंट्स मान लो कि आ ਤੁਹਾਡੀ ਕੀ ਕਹਿੰਦੇ हॉरिजॉन्टल लेवल ਆ हॉरिजॉन्टल लेवल ਤੋਂ ਥੱਲੇ ਤੁਸੀਂ ਦੇਖ ਰਹੇ ਹੋ ਥੱਲੇ ਨੀਚੇ ਤੋਂ ਦੇਖ ਰਹੇ ਹੋ ਹਨਾ ਆ ਤੁਹਾਡੀ ਅੱਖ ਹੈਗੀ ਆ ਜਾਂ ਥਿਓਡੋਲਾਈਟ ਆ ਤੇ ਇੱਥੋਂ ਤੁਸੀਂ ਕੀ ਕਹਿੰਦੇ ਆਪਣੀ ਅੱਖ ਤੋਂ ਥੱਲੇ ਨੂੰ ਦੇਖ ਰਹੇ ਹੋ ਤੇ ਥੱਲੇ ਤੁਸੀਂ ਮੰਨ ਲਓ ਕੋਈ ਆਬਜੈਕਟ ਆ ਆਬਜੈਕਟ ਆ A ਠੀਕ ਹੈ ਤੇ ਇਹ ਤੁਹਾਡਾ ਹੌਰੀਜ਼ੌਂਟਲ ਲੈਵਲ ਆ ਹੌਰੀਜ਼ੌਂਟਲ ਲੈਵਲ ਤੋਂ ਥੱਲੇ ਨੂੰ ਜਿਹੜਾ ਐਂਗਲ ਬਣਦਾ ਵਾ ਉਹਨੂੰ ਅਸੀਂ ਕਹਿੰਦੇ ਆ ਸਟੂਡੈਂਟਸ ਬੋਲੋ ਜੀ ਐਂਗਲ ਆਫ ਡਿਪਰੈਸ਼ਨ ਐਂਗਲ ਆਫ ਹੁਣ ਕੁਐਸਚਨ ਇਹ ਆ ਕਿ ਐਂਗਲ ਆਫ ਡਿਪਰੈਸ਼ਨ ਕਿਹਦਾ ਐਂਗਲ ਆਫ ਡਿਪਰੈਸ਼ਨ ਥਿਓਡੋਲਾਈਟ ਦਾ ਨਹੀਂ ਆ ਐਂਗਲ ਆਫ ਡਿਪਰੈਸ਼ਨ ਪੁਆਇੰਟ A ਦਾ ਵਾ ਆਬਜੈਕਟ A ਦਾ ਆ ਜਿਹੜਾ ਇੱਥੇ ਐਂਗਲ ਆਫ ਐਲੀਵੇਸ਼ਨ ਬਣਿਆ ਇਹ ਕਿਹਦਾ ਵਾ ਟਾਪ ਦਾ ਐਂਗਲ ਆਫ ਐਲੀਵੇਸ਼ਨ ठीक है इस ऑब्जेक्ट ਨੂੰ ਮੰਨਿਆ ਜਾਏਗਾ ਸੋ ਇਹ ਪੁਆਇੰਟ ਦਾ ਐਂਗਲ ਆਫ ਡਿਪਰੈਸ਼ਨ ਬਣਿਆ ਜਿਹੜਾ ਉੱਚਾ ਪੁਆਇੰਟ ਆ ਉਹਦਾ ਐਂਗਲ ਆਫ ਐਲੀਵੇਸ਼ਨ ਬਣਿਆ ਠੀਕ ਹੈ ਸੋ ਦੋਨਾਂ ਨੂੰ ਅਸੀਂ ਪੋਜ਼ਿਟਿਵ ਹੀ ਲੈਣੇ ਆ ਐਂਗਲ ਤੋਂ ਠੀਕ ਹੈ ਅੱਗੇ ਜਦੋਂ ਤੁਸੀਂ ਹੋਰ ਸਮਝ ਕਰੋਗੇ ਸੋ ਤੁਹਾਨੂੰ ਹੋਰ ਬੈਟਰ ਸਮਝ ਆ ਜਾਏਗਾ ਸੋ ਇਹ ਦੋ ਚੀਜ਼ਾਂ ਤੁਹਾਨੂੰ ਸਮਝ ਲੱਗ ਗਈ ਇੱਕ ਲਾਈਨ ਆਫ ਸਾਈਟ ਅੱਛਾ ਲਾਈਨ ਆਫ ਸਾਈਟ ਇੱਥੇ ਕੀ ਹੈ ਆ ਲਾਈਨ ਆਫ ਸਾਈਟ ਕਿਉਂਕਿ ਇੱਥੋਂ ਬੰਦਾ ਇਸ ਪੁਆਇੰਟ ਨੂੰ ਦੇਖ ਰਿਹਾ ਜਿਸ ਡਾਇਰੈਕਸ਼ਨ ਚੋਂ ਦੇਖ ਰਿਹਾ ਵਾ ਉਹਨੂੰ ਅਸੀਂ ਕਵਾਂਗੇ ਲਾਈਨ ਆਫ ਸਾਈਟ ਠੀਕ ਹੈ ਜੀ ਸੋ ਇਹ ਤੁਹਾਨੂੰ ਬੇਸਿਕ ਚੀਜ਼ਾਂ ਸਟੂਡੈਂਟਸ ਮੈਂ ਐਕਸਪਲੇਨ ਕਰ ਦਿੱਤੀਆਂ ਨੇ ਇਸ ਤੋਂ ਬਾਅਦ ਹੁਣ ਸਾਡੇ ਕੋਲ ਸਮਝ ਆਉਂਦੇ ਨੇ ਠੀਕ ਹੈ ਹੁਣ ਸਮਝ ਇਦਾਂ ਦੇ ਆਉਂਦੇ ਨੇ ਜਿਵੇਂ ਕਿ ਪਹਿਲਾ ਸਮ ਆ ਕਿ ਉਹ ਕਹਿੰਦਾ ਕਿ ਵੀ ਜਿਸ ਤਰ੍ਹਾਂ ਸਟੂਡੈਂਟਸ ਕਿ ਟਾਵਰ ਜਿਹੜਾ ਵਾ ਇਹ ਟਾਵਰ ਆ ਵਰਟੀਕਲੀ ਮੀਨਾਰ ਹੈ ਕੋਈ ਹੈ ਨਾ ਜਿਵੇਂ ਕੁਤਬ ਮੀਨਾਰ ਆ ਇੱਕ मीनार है ना हाइट मेजर नहीं कर सकते ते ਅਸੀਂ ਕਹਿੰਦੇ ट्रिग्नोमेट्री ਦੀ ਹੈਲਪ ਨਾਲ ਹਾਈਟ ਦੱਸੋ ਕੀ ਹੈ ਐਂਗਲ ਆਫ ਐਲੀਵੇਸ਼ਨ ਆਫ ਦਾ ਟਾਪ ਆਫ ਦਾ ਟਾਵਰ ਤਾਂ ਦੱਸਿਆ ਸੀ ਨਾ ਐਂਗਲ ਆਫ ਐਲੀਵੇਸ਼ਨ ਜਾਂ ਤੇ ਟਾਪ ਦਾ ਹੁੰਦਾ ਜਾਂ ਬਾਟਮ ਦਾ ਉਹ ਹੈਗਾ ਜੀ 60 ਡਿਗਰੀ ਠੀਕ ਹੈ ਜੀ ਕਿਸ ਤਰ੍ਹਾਂ ਐਂਗਲ ਆਫ ਐਲੀਵੇਸ਼ਨ ਆਇਆ ਥਿਓਡੋਲਾਈਟ ਦੇ ਨਾਲ ਅੱਖ ਦੇ ਨਾਲ ਮੈਜ਼ਰ ਨਹੀਂ ਕਰ ਸਕਦੇ ਅੱਖ ਨਾਲ ਦੇਖ ਸਕਦੇ ਆ ਬਟ ਥਿਓਡੋਲਾਈਟ ਇਨਸਟਰੂਮੈਂਟ ਦੇ ਨਾਲ ਐਗਜ਼ੈਕਟਲੀ ਐਂਗਲ ਨੂੰ ਮੈਜ਼ਰ ਕਰ ਸਕਦੇ ਐਂਗਲ ਮੈਜ਼ਰ ਕਰ ਲਿਆ ਤੇ ਇਸ ਮੀਨਾਰ ਤੋਂ ਆਪਾਂ ਕਿੰਨਾ ਦੂਰ ਆ ਉਹ ਵੀ ਸਾਨੂੰ ਪਤਾ ਵਾ ਉਹ ਹੈਗਾ ਜੀ 15 ਮੀਟਰਸ ਅਵੇ ਫਰਮ ਦਾ ਬਾਟਮ ਆਫ ਦਾ ਮੀਨਾਰ ਬਾਟਮ ਆਫ ਦਾ ਟਾਪ ਠੀਕ ਹੈ ਜੀ 15 ਮੀਟਰ ਓਕੇ ਜੀ ਆਲਰਾਈਟ 15 ਮੀਟਰ ਅਸੀਂ ਦੂਰ ਆ ਤੇ ਇਹ ਆ ਜਿਹੜੀ ਥਿਕਨੈਸ ਆ ਨਾ ਆ ਵਾਲੀ ਥਿਕਨੈਸ ਤੁਹਾਡੀ ਸ਼ਾਇਦ ਮਨ ਚ ਆ ਰਿਹਾ ਹੋਇਆ ਵੀ ਸਰ ਤੁਸੀਂ ਸੈਂਟਰ ਤੋਂ ਡਿਸਟੈਂਸ ਲਿਆ ਇੱਥੋਂ ਲਿਆ ਕਿ ਇੱਥੋਂ ਲਿਆ ਇਹ ਤੁਸੀਂ ਇਹਨੂੰ ਥਿਕਨੈਸ ਨੂੰ ਅਸੀਂ ਮੰਨ ਲੈਂਦੇ ਹਾਂ ਕਿ ਨੈਗਲੀਜੀਬਲ ਇਸ ਕਰਕੇ ਇਹਦੇ ਫੁੱਟ ਤੋਂ ਹੀ ਤੁਸੀਂ ਡਿਸਟੈਂਸ ਲੈ ਲਓ ਇੱਥੋਂ ਡਿਸਟੈਂਸ ਲੈ ਲਓ ਸਮਝ ਗਏ ਆਲਰਾਈਟ ਇਹਨੂੰ ਨੈਗਲੀਜੀਬਲ ਮੰਨ ਲੈਂਦੇ ਕਿਉਂਕਿ ਹਾਈਟ ਬਹੁਤ ਜ਼ਿਆਦਾ ਵਾ ਆ ਥਿਕਨੈਸ ਬਹੁਤ ਘੱਟ ਹੈ ਐਸ ਕੰਪੇਅਰ ਟੂ ਹਾਈਟ ਠੀਕ ਹੈ ਹੁਣ h ਫਾਈਂਡ ਆਊਟ ਕਰਨਾ ਤੇ ਅਸੀਂ ਕੀ ਕਰਦੇ ਹਾਂ ਅਸੀਂ ਮੰਨ ਲੈਂਦੇ ਹਾਂ ਕਿ ਆਹ ਪੁਆਇੰਟ ਆ ਮੰਨ ਲਓ A ਆਹ ਪੁਆਇੰਟ ਆ ਮੰਨ ਲਓ B ਇਹ 90 ਡਿਗਰੀ ਹੈ ਠੀਕ ਹੈ ਇੱਕ ਅੱਧਾ ਡਿਗਰੀ ਘੱਟ ਵੀ ਹੋਏਗਾ ਇਨਕਲਾਈਨ ਦੇ ਕਾਰਨ ਅਸੀਂ 90 ਮੰਨ ਲੈਂਦੇ ਹਾਂ ਤੇ ਇਹ ਹੈਗਾ ਪੁਆਇੰਟ C ਹੁਣ ਆ ਗਈ ਸਾਡੇ ਕੋਲ ਟ੍ਰਾਇੰਗਲ ABC ਇਹ ਰਾਈਟ ਐਂਗਲ ਟ੍ਰਾਇੰਗਲ B 90 ਡਿਗਰੀ ਹੈ ਹੁਣ ਅਸੀਂ ਦੇਖਣਾ ਕਿ h ਕੱਢਣਾ ਵਾ 60 ਡਿਗਰੀ ਐਂਗਲ ਥੀਟਾ ਸਾਨੂੰ ਦਿੱਤਾ ਵਾ ਤੇ ਕਿਹੜੀ ਅਸੀਂ ਫਾਰਮੂਲਾ ਲਾਵਾਂਗੇ ਹੁਣ ਤੁਹਾਨੂੰ ਪਤਾ ਹੀ ਹੈ ਸਟੂਡੈਂਟਸ ਕਿ sin ਥੀਟਾ ਟ੍ਰਿਗਨੋਮੈਟ੍ਰਿਕ ਰੇਸ਼ੀਓ ਕੀ ਹੁੰਦਾ ਥੀਟਾ ਦੇ ਆਪੋਜ਼ਿਟ ਸਾਈਡ h ਆਪੋਜ਼ਿਟ ਸਾਈਡ divided by बोलो sin theta की हुंदा
ਆ ਤੁਹਾਡਾ ਹਾਈਪੋਟੇਨਿਊਜ਼ by ਜਿਹੜੀ ਕਿ hypotenuse 90 ਡਿਗਰੀ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਆ, ਡਿਵਾਈਡਡ ਬਾਈ ਹਾਈਪੋਟੇਨਿਊਜ਼। ਦੂਜਾ ਹੁੰਦਾ cos ਥੀਟਾ ਇਜ਼ ਇਕੁਅਲ ਟੂ, ਕੋਈ ਬੱਚਾ ਦੱਸੇਗਾ? adjacent side by hypotenuse divided by hypotenuse। ਤੇ ਤੀਜੀ ਹੁੰਦੀ ਹੈ tan ਥੀਟਾ। ਇਹ ਕੀ ਹੈ ਜੀ? opposite side divided by ਇਹਦੇ ਵਿੱਚ adjacent side ਹੁੰਦਾ tan ਤੇ cos, adjacent side। ਠੀਕ ਹੈ, ਹੁਣ ਤੁਸੀਂ ਦੇਖੋ ਕਿ ਇਹਦੇ ਵਿੱਚ ਕਿਹੜਾ ਫਾਰਮੂਲਾ ਸੂਟ ਕਰੇਗਾ, ਕਿਉਂਕਿ ਇਹਦੇ ਵਿੱਚ ਜੇ ਤੇ ਆਪਾਂ sin ਥੀਟਾ ਜਾਂ cos ਥੀਟਾ ਬਾਰੇ ਸੋਚੀਏ ਤੇ ਹਾਈਪੋਟੇਨਿਊਜ਼ ਸਾਨੂੰ ਦਿੱਤਾ ਨਹੀਂ ਹੈ, ਹਾਈਪੋਟੇਨਿਊਜ਼ ਤੇ ਪਤਾ ਨਹੀਂ ਹੈ ਸਾਨੂੰ, ਬੇਸ ਪਤਾ, ਇਹ ਬੇਸ ਆ ਜਾਂ ਕਹ ਲਓ ਐਡਜੈਸੈਂਟ ਸਾਈਡ ਪਤਾ ਵਾ, ਤੇ ਸਾਨੂੰ ਆ ਕੱਢਣਾ ਵਾ ਇੱਕ ਚੀਜ਼, ਇਹ ਹੈਗਾ ਵਾ ਆਪੋਜ਼ਿਟ ਸਾਈਡ ਜਿਹੜੀ ਐਚ ਅਸੀਂ ਕੱਢਣੀ ਆ, ਹਾਈਟ ਆਫ ਮੀਨਾਰ। ਤੇ ਕਿਹੜਾ ਫਾਰਮੂਲਾ ਲਾਵਾਂਗੇ ਦੱਸੋ ਬੱਚੇ? tan ਥੀਟਾ। ਆਹ ਵਾਲਾ ਫਾਰਮੂਲਾ ਫਿੱਟ ਕਰੇਗਾ। तो ਅਸੀਂ tan ਥੀਟਾ ਇਹ ਫਾਰਮੂਲਾ ਕਰਾਂਗੇ, tan ਥੀਟਾ ਕਿੰਨਾ ਵਾ 60 ਡਿਗਰੀ ਇਜ਼ ਇਕੁਅਲ ਟੂ ਆਪੋਜ਼ਿਟ ਸਾਈਡ ਕੀ ਹੈ h, ਜਿਹੜੀ ਅਸੀਂ ਫਾਈਂਡ ਆਊਟ ਕਰਨੀ ਹੈ, ਡਿਵਾਈਡਡ ਬਾਈ ਐਡਜੈਸੈਂਟ ਸਾਈਡ ਕਿੰਨੀ ਆ 15। ਲਓ ਜੀ ਤੁਹਾਡੇ ਕੋਲ ਆਨਸਰ ਆ ਗਿਆ। h ਕੀ ਹੋਏਗਾ 15 into tan 60। tan 60 ਕਿੰਨਾ ਹੁੰਦਾ ਬੱਚਿਓ ਦੱਸੋ? ਅੰਡਰ ਰੂਟ 3। 15 ਅੰਡਰ ਰੂਟ 3 ਤੁਸੀਂ ਇਹ ਕਰ ਲਓ, 15 ਨੂੰ 1.732 ਅਪਰੋਕਸੀਮੇਟਲੀ ਕਰ ਲਓ, ਜੋ ਵੀ ਤੁਹਾਡਾ ਆਨਸਰ ਆਏਗਾ ਉਨਾ ਮੀਟਰ ਇਹਦੀ ਹਾਈਟ ਹੋਏਗੀ। ਸੋ ਸਟੂਡੈਂਟਸ ਦੇਖਿਆ ਤੁਸੀਂ ਇੰਟਰਸਟਿੰਗ ਚੀਜ਼, ਅਸੀਂ ਹਾਈਟ ਮੈਜ਼ਰ ਨਹੀਂ ਕੀਤੀ, ਉੱਪਰ ਨਹੀਂ ਚੜਿਆ ਬੰਦਾ ਉਹ ਫੀਤਾ ਲੈ ਕੇ, ਬਟ ਆਪਾਂ ਥਿਓਡੋਲਾਈਟ ਦੀ ਹੈਲਪ ਨਾਲ ਐਂਗਲ ਮੈਜ਼ਰ ਕੀਤਾ ਤੇ ਕਿੰਨਾ ਦੂਰ ਅਸੀਂ ਖਲੋਤੇ ਆ ਉੱਥੋਂ ਆਪਾਂ ਹਾਈਟ ਕੱਢ ਲਈ। ਬਿਲਕੁਲ ਇਸ ਤਰ੍ਹਾਂ ਹੀ ਉਹ ਜਿਹੜੇ ਸੀ ਸਰ ਜਾਰਜ ਐਵਰੈਸਟ, ਜਿਨ੍ਹਾਂ ਦੇ ਨਾਮ ਤੋਂ ਐਵਰੈਸਟ ਦਾ ਪਹਾੜ ਦੀ ਚੋਟੀ ਦਾ ਨਾਮ ਪਿਆ, ਉਹਨਾਂ ਨੇ ਇਸ ਤਰ੍ਹਾਂ ਹੀ ਥਿਓਡੋਲਾਈਟ ਦੀ ਮਦਦ ਨਾਲ ਇਹਦੀ ਹਾਈਟ ਜਿਹੜੀ ਆ ਉਹ ਕੱਢੀ ਹੋਵੇਗੀ। ਇਹ ਮੈਥ ਦੇ ਵੰਡਰਸ ਨੇ। ਠੀਕ ਹੈ ਸਟੂਡੈਂਟਸ, ਇਸ ਤੋਂ ਬਾਅਦ ਆਪਾਂ ਕੀ ਕਹਿੰਦੇ ਆ ਇੱਕ ਹੋਰ ਸਮ ਕਰਦੇ ਹਾਂ। ਠੀਕ ਹੈ ਜੀ, ਆਪਾਂ ਹੁਣ ਤੁਹਾਡਾ ਅਨਸੋਲਵਡ ਸਮ ਕਰਦੇ ਆ ਤੁਹਾਡੀ ਜਿਹੜੀ NCERT ਦੀ ਬੁੱਕ ਆ ਉਹਦੇ ਵਿੱਚੋਂ। ਠੀਕ ਹੈ, तो देखते हैं कोई अनसॉल्व्ड सम। ठीक है, ओके ਹੁਣ ਪਹਿਲਾ ਸਮ ਕਰਦੇ ਹਾਂ ਤੁਹਾਡਾ ਐਕਸਰਸਾਈਜ਼ 9.1 ਦਾ। ਉਹ ਕਹਿੰਦਾ ਸਰਕਸ ਆਰਟਿਸਟ ਇਜ਼ ਕਲਾਈਂਬਿੰਗ ਅ 20 ਮੀਟਰ ਲੌਂਗ ਰੋਪ। ਮੈਂ ਨਾ ਇਹਨੂੰ ਜੋ ਤੁਸੀਂ ਕਹਿੰਦੇ ਹੋ ਤੇ ਲਿਖ ਦਿੰਦਾ ਮੈਂ ਜੀ, I don't know, ਇੱਕ ਮਿੰਟ I'll try to write it down। ठीक है जी, एक सेकंड। हाँ, ये ਤੁਹਾਡਾ ਸਾਹਮਣੇ ਜੀ, ਇਹ ਤੁਹਾਡਾ ਸਾਹਮਣੇ। ਸੋ ਕੋਈ ਬੱਚਾ ਪੜ੍ਹੇਗਾ ਇਸ ਸਮ ਨੂੰ? Yes, and the circus artist is climbing 20 meter long rope। 20 meter long rope ਨੂੰ climb ਕਰ ਰਿਹਾ, ਇਹੀ ਇਹਨੂੰ ਹੀ ਅਸੀਂ 20 meter long rope ਮੰਨ ਲੈਂਦੇ ਹਾਂ ਸਟੂਡੈਂਟਸ, ਹੈ ਨਾ। ਉਹ ਸੌਰੀ ਕਿੱਥੇ ਗਈ? ਓਕੇ, ਸੋ ਸਾਰੀ ਉਹ ਚਲੀ ਗਈ, ਤੁਸੀਂ ਉਹ ਬੁੱਕ ਚੋਂ ਦੇਖ ਲਓ। 20 ਮੀਟਰ ਲੌਂਗ ਰੋਪ ਹੈ, ਉਹ ਸਰਕਸ ਦਾ ਜਿਹੜਾ ਆਰਟਿਸਟ ਹੈ क्लाइंब कर रहा हूँ। अच्छा, इस तरह की ये रोप नहीं है स्टूडेंट्स, एक मिनट होल्ड करना, मैं डिलीट करता, सॉरी। ठीक है, और रोप किस तरह बनावांगा, 20 मीटर लो रोप नो क्लाइंब कर रहा, which is tightly stretched and tied from top of a vertical pole। हाँ, ये vertical pole है, तो ये सीधा वहाँ टेढ़ी लाइन है, तुम सीधी मान लो, टाइटली स्ट्रेच्ड फ्रॉम द पोल। आ वा एक्चुअली रोप जिन्हों के वो क्लाइंब करने की कोशिश कर रहे हैं। 20 मीटर लॉन्ग रोप, 20 मीटर, उन्हें कहना स्ट्रेच्ड फ्रॉम द टॉप ऑफ वर्टिकल पोल। ए पोल आ वर्टिकल पोल आ, वर्टिकल जो भी कहो समझ लो ना, हॉरिजॉन्टल दे नाल की एंगल बना रहा वा, जो भी सी वर्टिकल कहांगे
90 डिग्री। ठीक है जी, वर्टिकल। फाइंड द हाइट ऑफ द पोल, पोल दी हाइट आपां फाइंड आउट करनी है। इफ द एंगल मेड बाय रोप विद द ग्राउंड इज 30 डिग्री, 30 डिग्री। सो आई थिंक बहुत सिंपल है, बच्चों ਨੂੰ ਆਈਡੀਆ ਲੱਗ ਗਿਆ ਹੋਵੇਗਾ ਕਿ ਆਪਾਂ ਪੋਲ ਦੀ ਹਾਈਟ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਕਿਹੜਾ ਫਾਰਮੂਲਾ ਲਾਵਾਂਗੇ। ਆਨਲਾਈਨ ਬੱਚਾ ਦੱਸੇ, ਕੋਈ ਸੋਚ ਸਮਝ ਕੇ ਦੱਸੋ ਕਿ ਕਿਹੜਾ ਫਾਰਮੂਲਾ ਲਾਵਾਂਗੇ। ਇੱਥੇ ਆਹ ਵਾਲੀ ਸਾਈਡ ਦੀ ਲੈਂਥ ਦਿੱਤੀ ਹੈ, ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਤੇ ABC ਟ੍ਰਾਇੰਗਲ ਤੇ AC ਸਾਨੂੰ ਗਿਵਨ ਹੈ, AB ਆਪਾਂ ਕੱਢਣੀ ਆ ਤੇ ਥੀਟਾ ਐਂਗਲ ਵੀ ਗਿਵਨ ਹੈ। Any student? मेहताब? Sin. Sin 30 degree, sir. हाँ जी, The sin 30 degrees is equal to this hypotenuse. sin 30 degree is equal to pole ਦੀ height ਜਿਹੜੀ ਕਿ ਆ AB divided by a hypotenuse ਜਿਹੜਾ ਕਿ given ਹੈ 20 meter। So ਦੱਸੋ students, AB ਕਿੰਨੀ ਹੋਏਗੀ? sin 30 ਦੀ value half into 20 meter, that is equal to 10 meter। ਸਿੱਧੀ ਆ ਗਈ। ਦੇਖੋ ਕਿੱਡੀ ਕਮਾਲ ਦੀ ਗੱਲ ਆ, ਮਿੰਟੋ ਮਿੰਟ 1 ਸੈਕਿੰਡ ਦੇ ਵਿੱਚ ਪੋਲ ਦੀ ਲੈਂਥ ਆ ਗਈ। ਵੈਰੀ ਗੁੱਡ ਸਟੂਡੈਂਟ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਤੁਸੀਂ ਆਪਣੇ ਹੀ ਬੁੱਕ ਦੇ ਵਿੱਚ ਹੋਰ ਵੀ ਕੁਝ ਸਮ ਦੇਖੋ। ਯੈਸ, ਹੁਣੇ ਆਪਾਂ ਹੋਰ ਕੋਈ ਸਮ ਵੀ ਕਰਦੇ ਹਾਂ ਸਟੂਡੈਂਟਸ। ਯੈਸ, ਸੋ ਕੁਝ ਡਿਫਿਕਲਟ ਸਮ ਕਰੀਏ। ਕੋਈ ਸਮ ਦੱਸੋ ਬੱਚੇ, कोई सम दसो। So 11th वाला 11 सम करिए, बोलो जी। ठीक है, वेरी गुड। आप 11 सम करते हैं, बढ़िया सम। कहंदा टीवी टावर स्टैंड्स वर्टिकली ऑन बैंक ऑफ अ कनाल। एक कनाल दी बैंक आ, उत्थे टीवी टावर आ, आ टीवी टावर हैगा। ठीक है ना, आप ऐसा कुछ टीवी टावर। ठीक है जी, इस तरह का एक टीवी टावर। ठीक है, यह ਉਹਦੀ फाउंडेशन ਤੇ ਇਹ ਕਿਸੇ बैंक ਦੇ ਉੱਪਰ ਇਸ ਤਰ੍ਹਾਂ ਖੜਾ ਵਾ। ठीक है जी, वो कहता जी from the point on the other bank, from the point on the other bank। अच्छा, ਇਹ ਵਿੱਚ ਇੱਕ ਕਨਾਲ ਆ, मतलब ਨਹਿਰ ਹੈਗੀ ਆ। दूसरा पॉइंट आ कनाल, मतलब ये सारी जी है कनाल आ, पानी बह रहा इचों। ठीक है, ये कनाल का दूजा जो पॉइंट आ, फ्रॉम द पॉइंट ऑन द अदर बैंक डायरेक्टली अपोजिट टू टावर the opposite, the angle of elevation of the top of the tower is 60 degree। ठीक है जी, कोई पॉइंट है, चलो पॉइंट इत्थे ले लेने आप, थोड़ा छोटी कर लेने कनाल। इत्थों एदी टॉप दी एलिवेशन 60 डिग्री है। एलिवेशन का की मतलब, ये हुई हॉरिजॉन्टल लाइन ते आ वाली लाइन केड़ी होगी बच्चों, दसो जी। लाइन ऑफ साइट, लाइन ऑफ साइट। ते आ एंगल जेड़ा ये केड़ा हो गया, एंगल ऑफ एलिवेशन 60 डिग्री। समझ गए जी, ये हॉरिजॉन्टल लाइन कर देंगे। ठीक है, फिर वो क्या कहंदा, फ्रॉम अनदर पॉइंट 20 मीटर अवे फ्रॉम दिस पॉइंट। मतलब इस पॉइंट तो 20 मीटर दूर कोई पॉइंट है, 20 मीटर इस पॉइंट तो कोई दूर पॉइंट है। ठीक है, उस पॉइंट तो the line 20 meter away from this point on the line joining this point and foot of tower। ठीक है, आ foot of tower, line joining foot of tower and this point इन्हों extend करिए, यही line बनेगी। ते the angle of elevation is 30 degree। इधर मतलब की होया कि हुण इन्हें observe किता टॉप नू ते एंगल ऑफ एलिवेशन कितना आया, 30 डिग्री। देखो स्टूडेंट्स, ये इंटरेस्टिंग चीज है, जिन्ना जिन्ना तुसी लागे आओगे इधर नू एंगल ऑफ एलिवेशन बढ़ता जाएगा, जिन्ना जिन्ना दूर जाओगे एंगल ऑफ एलिवेशन घटता जाएगा। देख लो इत्थों एंगल ऑफ एलिवेशन करो, आपे तुसी देख लो। देखो आ एंगल इस तो घट हैगा नजर आ रहा। ठीक है जी, तो कि जी ये सानू समझ लग गई। हुण वो कहंदा फाइंड आउट की करना वा, फाइंड द हाइट ऑफ द टावर एंड विड्थ ऑफ कैनाल। विड्थ ऑफ कैनाल आ वा, ਇਹਦੇ ਵਿੱਚ ਪਾਣੀ ਵਗ ਰਿਹਾ, ਹਾਈਟ ਆਫ ਟਾਵਰ ਐ ਵਾ। किस तरह करिए स्टूडेंट्स, इस पॉइंट नु ए मान लो, इनू बी, इनू सी, इनू डी। कोई बच्चा
दसेगा कितना करिए यस मतलब क्योंकि मतलब कहने का मतलब एक कसाम ये है कि ये जड़ा टॉप ऑफ टावर है ਉਹਨੂੰ दो अलग-अलग जगह तो देखे है ना एक सी तो ते एक डी तो am I right ਤੇ ਹੋ ਸਕਦਾ ਐਵਰੇਸਟ ਨੇ ਇਦਾਂ ਹੀ ਕੀਤਾ ਹੋਵੇ ਇਦਾਂ ਵੀ ਕੀਤਾ ਹੋਵੇ ਅਲੱਗ-ਅਲੱਗ ਜਗ੍ਹਾ ਤੋਂ ਦੇਖਿਆ ਹੋਵੇ ਤੇ ਆ ਉਹਨੂੰ ਮਿਲ ਗਿਆ ਬੋਲੋ ਸਟੂਡੈਂਟਸ ਯੈਸ ਐਨੀ ਸਟੂਡੈਂਟ ਕੋਈ ਆਈਡੀਆ ਕਿੱਦਾਂ ਕਰਾਂਗੇ ਇੱਥੋਂ 60 ਡਿਗਰੀ ਹੈ ਸੀ ਤੋਂ ਇੱਥੋਂ ਤੇ ਕਿਉਂ ਨਾ ਬੱਚਿਓ ਆਪਾਂ ਵਿਡਥ ਆਫ ਜਿਹੜੀ ਕੈਨਾਲ ਆ ਵਿਡਥ ਆਫ ਕੈਨਾਲ ਉਹਨੂੰ x ਮੰਨ ਲਈਏ ਠੀਕ ਹੈ ਜੇ ਆਪਾਂ x ਮੰਨ ਲਈਏ ਤੇ ਫਿਰ ਸਟੂਡੈਂਟਸ ਕੋਈ ਮੈਨੂੰ ਦੱਸੇਗਾ ਕਿ ਹਾਂਜੀ ਕੋਈ ਬੱਚਾ ਦੱਸੇਗਾ ਕਿ ਕਿਹੜਾ ਫਾਰਮੂਲਾ ਲੱਗੇਗਾ ਜੇ ਆਪਾਂ ABC ਟ੍ਰਾਇੰਗਲ ਲਈਏ ਪਹਿਲਾਂ ਟ੍ਰਾਇੰਗਲ ABC ਤੇ ਇਹਦੇ ਵਿੱਚ ਆਪਾਂ ਕਿਹੜਾ ਫਾਰਮੂਲਾ ਲਾ ਸਕਦੇ ਹਾਂ ਕੀ ਕਰ ਸਕਦੇ ਹਾਂ ਕੋਈ ਆਈਡੀਆ ਦੇਖੋ ਆਪਾਂ ਇਦਾਂ ਕਰਦੇ ਸਟੂਡੈਂਟਸ ਕਿ ਆਹ ਟ੍ਰਾਇੰਗਲ ਪਹਿਲਾਂ ACB ਲੈ ਲਓ ਤੇ ਹਾਈਟ ਆਫ ਟਾਵਰ ਕੱਢੋ ਠੀਕ ਹੈ ਹਾਈਟ ਆਫ ਟਾਵਰ ਮੰਨ ਲਓ x ਹਾਂ x ਕਿਉਂ AB ਮੰਨ ਲੈਂਦੇ ਆ AB ਹੈਗੀ ਹੈ ਹਨਾ ਫਿਰ ਆਪਾਂ ਟ੍ਰਾਇੰਗਲ ਲੈਣੇ ਆ ABD ਫਿਰ ਆਪਾਂ ਹਾਈਟ ਆਫ ਟਾਵਰ ਕੱਢਾਂਗੇ ਤੇ ਦੋਨੋਂ ਹਾਈਟਾਂ ਕੀ ਹੋਣਗੀਆਂ ਦੋਨੇ ਕੇਸ 'ਚ ਬਰਾਬਰ ਨੇ ਉਹਨਾਂ ਨੂੰ ਇਕੁਏਟ ਕਰ ਦਾਂਗੇ ਸਮਝ ਗਏ ਕਿ ਨਹੀਂ यस ਓਕੇ ਗੁੱਡ ਥੋੜੀ ਜਲਦੀ ਕਰਨਾ ਪਏਗਾ 7 ਮਿੰਟ ਰਹਿ ਗਏ ਇੱਥੋਂ ਹਾਈਟ ਕਿੰਨੀ ਆਏਗੀ ਇੱਥੋਂ ਕਿਹੜਾ ਫਾਰਮੂਲਾ ਲਾਵਾਂ AB ਡਿਵਾਈਡਡ ਬਾਈ ਕੀ ਕਰਾਂ AB ਡਿਵਾਈਡਡ ਬਾਈ ਕਿਹੜਾ ਫਾਰਮੂਲਾ sin ਥੀਟਾ BC cos ਥੀਟਾ AB ਡਿਵਾਈਡਡ ਬਾਈ BC ਬਿਲਕੁਲ ਠੀਕ ਹੈ ਤੇ BC ਹੈਗੀ ਆ x is equal to ਬੋਲੋ ਜੀ is equal to tan theta tan बिल्कुल ठीक है tan 60 tan 60 ਤੇ ਇੱਥੋਂ AB ਕੀ ਆ ਗਈ AB is equal tan 60 ਕਿੰਨਾ ਹੁੰਦਾ √3 ਇਹ ਆ ਗਿਆ √3x ਕਿਉਂ ਬੱਚਿਓ ਸਹੀ ਹੈ ਕਿ ਨਹੀਂ Yes, sir. Yes, sir. tan 60 √3 ਹੁੰਦਾ ਠੀਕ √3x ਤੇ ਦੂਜੀ ਟ੍ਰਾਇੰਗਲ ਕਿਹੜੀ ਲੈਣੀ ਆਪਾਂ ਬੋਲੋ A B ਬੋਲੋ D ਇਹਦੇ ਵਿੱਚ ਤੁਸੀਂ ਲਾਓ tan of this tan 30 ਕਿਹਦੇ ਬਰਾਬਰ ਹੈ tan 30 ਕਿਹਦੇ ਬਰਾਬਰ ਹੈ ਬੋਲੋ tan 30 ਦੇ ਆਪੋਜ਼ਿਟ ਸਾਈਡ ਕਿਹੜੀ ਹੈ tan 30 ਦੇ ਆਪੋਜ਼ਿਟ ਸਾਈਡ ਕੀ ਹੈ AB ਡਿਵਾਈਡਡ ਬਾਈ ਬੇਸ ਤੇ ਬੇਸ ਕਿੰਨਾ ਵਾ ਆ ਹੈਗਾ 20 ਮੀਟਰ ਤੇ ਆ ਕਿੰਨਾ ਵਾ ਕਿੰਨਾ ਹੋ ਗਿਆ 20 plus x ਤੇ ਇੱਥੋਂ ਆ ਗਿਆ AB is equal to tan 30 ਕਿੰਨਾ ਹੁੰਦਾ 1/√3 ਹਨਾ 1/√3 ਹੁੰਦਾ ਨਾ ਤੇ ਇਹ ਆ ਗਿਆ 20 plus x divided by √3 ਹੁਣ AB ਬਰਾਬਰ ਆ ਇਹਨੂੰ ਨਾਂ ਦੇ ਦਿਓ ਭਾਵੇਂ this is 1 this is 2 ਸੋ ਇੱਥੋਂ ਕੀ ਆ ਗਿਆ ਬੋਲੋ ਜੀ √3x is equal to बोलता ही नहीं कोई यार 20 plus x divided by √3 ठीक है ना बोलो जी सही है कि नहीं √3 into √3 क्या 3 बन गया इतों की आ गया 3x is equal to 20 plus x x इधर गया कि आ गया 2x is equal to 20 चक्को x is equal to 10 मीटर एक ही आया x की सी कैनाल दी विड्थ ਇਹਦੇ ਵਿੱਚ ਪਾਣੀ ਜਾ ਰਿਹਾ ਇਹਦੇ ਵਿੱਚ ਪਾਣੀ ਜਾ ਰਿਹਾ ਇਹਦਾ ਇੱਕ ਐਂਡ ਕਨਾਲ ਦਾ ਇਹ ਆ ਇੱਕ ਐਂਡ ਇਹ ਆ ਇੱਥੇ ਟਾਵਰ ਲਾਇਆ ਠੀਕ ਹੈ ਕਨਾਲ ਦੀ ਵਿਡਥ x ਆ ਗਈ ਤੇ ਦੱਸੋ AB ਕਿੰਨੀ ਆਈ AB is equal to ਇੱਥੋਂ ਕੱਢ ਲਓ AB is equal to √3 into x ਕਿੰਨਾ ਬੋਲੋ ਜੀ 10 ਆਨਸਰ ਦੇਖੋ ਕੋਈ ਬੱਚਾ ਫਟਾਫਟ ਇਹ ਆ 1.7 ਇਹ ਆ ਗਿਆ 17 ਫਟਾਫਟ ਦੇਖੋ ਆਨਸਰ 17.32 मीटर लो जी ये आगे तो आंसर चेक करो जल्दी यस सर यही आंसर tan √3 में तो जे ਤੁਹਾਨੂੰ ਠੀਕ ਲੱਗਿਆ ਜਰੂਰ ਅਸੀਂ ਚਾਹਾਂਗੇ ਦਾਨ CBSE ਸਬਸਕ੍ਰਾਈਬ ਕਰੋ ਤੇ ਆਪਣੇ ਫਰੈਂਡਸ ਨੂੰ ਜਰੂਰ ਇਹ ਵੀਡੀਓ ਸ਼ੇਅਰ ਕਰੋ
ठीक है, अच्छी लगी जरूर कमेंट्स करना।